ਅੱਗੇ ਪੜ੍ਹਦੇ ਹਾਂ ਜੀ। ਨਰਸਿਮਹਾ ਵਰਮਨ ਦੋ ਜਾਂ ਰਾਜਸਿਮਾ। ਨਰਸਿਮਹਾ ਵਰਮਨ ਦੋ, ਉਹਨੂੰ ਰਾਜਸਿਮਾ ਵੀ ਕਹਿੰਦੇ ਸੀ। ਇਹਦਾ ਰਾਜ ਪਹੁੰਚ ਗਿਆ ਜੀ ਹੁਣ 8ਵੀਂ ਸ਼ਤਾਬਦੀ ਵਿੱਚ। ਨਰਸਿਮਹਾ ਵਰਮਨ ਪਹਿਲੇ ਤੋਂ ਬਾਅਦ ਮਹਿੰਦਰ ਵਰਮਨ ਦੋ ਅਤੇ ਫਿਰ ਪਰਮੇਸ਼ਵਰ ਵਰਮਨ ਰਾਜਾ ਬਣੇ। ਇਹਨਾਂ ਦੇ ਰਾਜ ਦੌਰਾਨ ਵੀ ਪੱਲਵ ਚਾਲੁਕਿਆ ਸੰਘਰਸ਼ ਜਾਰੀ ਰਿਹਾ, ਆਪਸ 'ਚ ਇਹ ਲੜਦੇ ਰਹੇ। ਇਸ ਤੋਂ ਬਾਅਦ ਨਰਸਿਮਹਾ ਵਰਮਨ ਦੋ ਪੱਲਵ ਰਾਜ ਦਾ ਸ਼ਾਸਕ ਬਣਿਆ। ਉਸਨੂੰ ਰਾਜਸਿਮਾ ਵਜੋਂ ਵੀ ਜਾਣਿਆ ਜਾਂਦਾ ਸੀ। ਇਹ ਪ੍ਰਸ਼ਨ ਆ ਜਾਣਾ, ਰਾਜਸਿਮਾ ਕਿਹਨੂੰ ਕਹਿੰਦੇ ਸੀ? ਨਰਸਿਮਹਾ ਵਰਮਨ ਦੋ ਨੂੰ। ਉਸ ਦਾ ਸ਼ਾਸਨ ਸ਼ਾਂਤੀਪੂਰਨ ਸੀ ਅਤੇ ਉਸਨੇ ਕਲਾ ਅਤੇ ਆਰਕੀਟੈਕਚਰ ਦੇ ਵਿਕਾਸ ਵਿੱਚ ਵਧੇਰੇ ਦਿਲਚਸਪੀ ਦਿਖਾਈ। ਆਰਟ ਐਂਡ ਆਰਕੀਟੈਕਚਰ, ਇਹਦੇ ਵਿੱਚ ਉਹਦਾ ਕਾਫੀ ਇੰਟਰਸਟ ਸੀ ਰਾਜਸਿਮਾ ਦਾ। ਮਮੱਲਾਪੁਰਮ, ਜਿਹਨੂੰ ਮਹਾਬਲੀਪੁਰਮ ਵੀ ਕਹਿੰਦੇ ਆ, ਉੱਥੇ ਸ਼ੋਰ ਮੰਦਰ, ਸ਼ੋਰ ਹੁੰਦਾ ਜੀ ਕਿਨਾਰਾ, ਸ਼ੋਰ ਅੰਗਰੇਜ਼ੀ ਦਾ ਸ਼ਬਦ ਆ SHORE, ਤੇ ਹਿੰਦੀ 'ਚ ਪੰਜਾਬੀ 'ਚ ਮਤਲਬ ਕਿਨਾਰਾ, ਕੰਢਾ। ਤੇ ਮਮੱਲਾਪੁਰਮ, ਜਿਹਨੂੰ ਮਹਾਬਲੀਪੁਰਮ ਵੀ ਕਹਿੰਦੇ ਆ, ਉੱਥੇ ਸਮੁੰਦਰੀ ਤੱਟ ਤੇ ਕੋਰੋਮੰਡਲ ਕੋਸਟ ਤੇ ਸ਼ੋਰ ਮੰਦਰ ਆ ਜੀ, ਸ਼ੋਰ ਮੰਦਰ। ਅਤੇ ਕਾਂਚੀਪੁਰਮ ਵਿਖੇ ਕੈਲਾਸ਼ਨਾਥ ਮੰਦਰ ਇਸ ਸਮੇਂ ਵਿੱਚ ਬਣਾਏ ਗਏ ਸਨ। ਤੁਸੀਂ ਇਹ ਯਾਦ ਰੱਖਣੇ, ਕੈਲਾਸ਼ਨਾਥ ਮੰਦਰ ਕਾਂਚੀਪੁਰਮ ਵਿਖੇ ਅਤੇ ਸ਼ੋਰ ਮੰਦਰ ਕਿੱਥੇ? ਮਮੱਲਾਪੁਰਮ ਵਿਖੇ। ਠੀਕ, ਇਹ ਪੱਲਵਾਂ ਦੇ ਰਾਜ ਵਿੱਚ ਬਣੇ ਜੀ। ਆਹ ਦੇਖ ਲਓ, ਸ਼ੋਰ ਟੈਂਪਲ, ਸ਼ੋਰ ਟੈਂਪਲ। ਬਸ ਤੁਸੀਂ ਫੋਟੋ ਦੇਖੋ। ਇਹਨਾਂ ਬਾਰੇ ਅਸੀਂ ਬਾਅਦ ਵਿੱਚ ਡਿਟੇਲਾਂ ਵੀ ਪੜ੍ਹਾਂਗੇ, ਡਿਟੇਲਸ ਵੀ ਥੋੜ੍ਹਾ ਪੜ੍ਹਾਂਗੇ NCERT ਜਦੋਂ ਡਿਸਕਸ ਕਰਾਂਗੇ। ਉਹ ਕਲਾ ਅਤੇ ਵਿੱਦਿਆ ਦਾ ਇੱਕ ਮਹਾਨ ਸਰਪ੍ਰਸਤ ਸੀ। ਆਰਟ ਅਤੇ ਐਜੂਕੇਸ਼ਨ, ਇਸ ਨੂੰ ਕਾਫੀ ਉਸਨੇ ਪ੍ਰਮੋਟ ਕੀਤਾ। ਉਸਦੇ ਦਰਬਾਰ ਵਿੱਚ ਮਸ਼ਹੂਰ ਸੰਸਕ੍ਰਿਤ ਵਿਦਵਾਨ ਡਾਂਡਿਨ ਵੀ ਸੀ। ਡਾਂਡਿਨ, ਫੇਮਸ ਸੰਸਕ੍ਰਿਤ ਸਕਾਲਰ ਡਾਂਡਿਨ। ਉਸਨੇ ਚੀਨ ਵਿੱਚ ਦੂਤਾਵਾਸਾਂ ਨੂੰ ਭੇਜਿਆ ਆਪਣੇ, ਜਿੱਦਾਂ ਆਪਾਂ ਸਾਡੇ ਭਾਰਤ ਵਿੱਚ ਅੰਬੈਸੀਆਂ ਆ ਤੇ ਦੂਸਰੇ ਦੇਸ਼ਾਂ ਵਿੱਚ ਅਸੀਂ ਆਪਣੇ ਰਾਜਦੂਤ ਭੇਜਦੇ ਹਾਂ, ਉਸ ਹਿਸਾਬ ਨਾਲ ਇਸਨੇ ਉੱਥੇ ਆਪਣਾ ਦੂਤਾਵਾਸ ਵੀ ਸਥਾਪਿਤ ਕੀਤਾ, ਆਪਣੇ ਅੰਬੈਸਡਰ ਵਗੈਰਾ ਭੇਜੇ ਚੀਨ ਨੂੰ। ਅਤੇ ਉਸਦੇ ਸ਼ਾਸਨ ਕਾਲ ਦੌਰਾਨ ਸਮੁੰਦਰੀ ਵਪਾਰ ਵੀ ਬਹੁਤ ਵਧਿਆ ਫੁੱਲਿਆ। ਸਮੁੰਦਰੀ ਵਪਾਰ ਵਿੱਚ ਵੀ ਕਾਫੀ ਪ੍ਰੋਗਰੈਸ ਹੋਈ। ਰਾਜਸਿਮਾ ਨੇ ਸ਼ੰਕਰ ਭਗਤ, ਵਿਦਿਆਧਾਰਾ ਅਤੇ ਅਗੰਮ ਪ੍ਰਿਆ ਵਰਗੀਆਂ ਉਪਾਧੀਆਂ ਧਾਰਨ ਕੀਤੀਆਂ। ਆਹ ਨਾਮ ਇਸਨੇ ਰੱਖੇ, ਉੱਤੋਂ ਪੜ੍ਹ ਲਿਓ, ਪਰ ਮੇਨ ਆ ਜੀ ਇੰਪੋਰਟੈਂਟ। ਸ਼ੰਕਰ ਭਗਤ, ਉਹ ਸ਼ਿਵ ਦਾ ਭਗਤ ਸੀ, ਇਸ ਕਰਕੇ ਉਸਨੂੰ ਸ਼ੰਕਰ ਭਗਤ ਵੀ ਕਿਹਾ ਜਾਂਦਾ ਸੀ ਰਾਜਸਿਮਾ ਨੂੰ। ਉਸ ਤੋਂ ਬਾਅਦ ਪਰਮੇਸ਼ਵਰ ਵਰਦਨ ਦੋ ਅਤੇ ਨੰਦੀ ਵਰਮਨ ਦੋ ਪੱਲਵ ਰਾਜ ਦੇ ਰਾਜੇ ਬਣੇ। ਠੀਕ ਹੈ ਜੀ, ਇਹ ਦੋ ਹੁਣ ਰਾਜੇ ਬਣ ਕੇ। ਹਾਂ, ਤੁਸੀਂ ਨਾ ਇੱਦਾਂ ਆ ਮੇਨ ਯਾਦ ਕਰ ਲਿਓ ਵੀ ਹਾਂ ਵੀ ਕਲਾ ਵਿੱਦਿਆ ਹੈ ਨਾ, ਇਹ ਇਹਨਾਂ ਦਾ ਵਿਕਾਸ ਹੋਇਆ, ਆਹ ਗੱਲਾਂ ਹੋਈਆਂ, ਸਮੁੰਦਰੀ ਵਪਾਰ ਵਧਿਆ, ਦੂਤਾਵਾਸ ਭੇਜਿਆ ਚੀਨ ਨੂੰ, ਤੇ ਸਕਾਲਰ ਵਗੈਰਾ ਵੀ ਸੀ ਉਹਨਾਂ ਦੇ ਦਰਬਾਰ ਵਿੱਚ। ਤੇ ਇਹਦਾ ਮਤਲਬ ਵੀ ਕਲਾ, ਐਜੂਕੇਸ਼ਨ, ਇਹਨਾਂ ਸਭ ਵਿੱਚ ਕੀ ਆ, ਕਾਫੀ ਪ੍ਰੋਗਰੈਸ ਹੋ ਰਹੀ ਸੀ। ਮੇਨ ਗੱਲਾਂ ਚੱਕਣੀਆਂ। ਠੀਕ, ਉਸ ਤੋਂ ਬਾਅਦ ਪਰਮੇਸ਼ਵਰ ਵਰਮਨ ਦੋ ਅਤੇ ਨੰਦੀ ਵਰਮਨ ਦੋ ਪੱਲਵ ਰਾਜ ਦੇ ਰਾਜੇ ਬਣੇ। ਠੀਕ ਹੈ ਜੀ। 9ਵੀਂ ਸਦੀ ਈਸਵੀ ਦੇ ਅੰਤ ਤੱਕ ਪੱਲਵ ਸ਼ਾਸਨ ਚੱਲਿਆ ਸੀ। ਪੱਲਵ ਸ਼ਾਸਨ 9ਵੀਂ ਸਦੀ ਦੇ ਅੰਤ ਤੱਕ ਚੱਲਿਆ। ਤਾਂ ਉਸ ਤੋਂ ਬਾਅਦ ਕੌਣ ਆ ਗਏ ਸੀ? ਚੋਲ। ਚੋਲ ਰਾਜੇ ਆਦਿਤਿਆ ਪਹਿਲੇ ਨੇ ਆਖਰੀ ਪੱਲਵ ਸ਼ਾਸਕ ਅਪਰਾਜਿਤ ਨੂੰ ਹਰਾਇਆ ਅਤੇ ਕਾਂਚੀ ਉੱਤੇ ਕਬਜ਼ਾ ਕਰ ਲਿਆ। ਆਹ ਲਾਈਨ ਇੰਪੋਰਟੈਂਟ ਆ। ਉਹ ਕਿਹੜਾ ਚੋਲ ਦਾ ਰਾਜਾ ਸੀ ਜਿਹਨੇ ਆਖਰੀ ਪੱਲਵ ਰਾਜੇ ਨੂੰ ਹਰਾਇਆ ਤੇ ਕਾਂਚੀ ਤੇ ਕਬਜ਼ਾ ਕਰ ਲਿਆ? ਉਹ ਸੀ ਜੀ ਆਦਿਤਿਆ ਪਹਿਲਾ। ਆਦਿਤਿਆ ਪਹਿਲਾ ਨੇ ਆਖਰੀ ਪੱਲਵ ਸ਼ਾਸਕ ਅਪਰਾਜਿਤ ਨੂੰ ਹਰਾਇਆ ਤੇ ਕਾਂਚੀ ਤੇ ਕਬਜ਼ਾ ਕਰ ਲਿਆ। ਦੇਖੋ, ਸਾਰੇ ਨਾਮ ਨੂੰ ਅਸੀਂ ਯਾਦ ਨਹੀਂ ਰੱਖਣੇ, ਪਰ ਮੇਨ ਚੱਕ ਲੈਣੇ ਆ। ਇਸ ਨਾਲ ਪੱਲਵ ਵੰਸ਼ ਦਾ ਰਾਜ ਖਤਮ ਹੋ ਗਿਆ। ਚਲੋ ਜੀ, ਇਹਨਾਂ ਉੱਤੇ ਕੌਣ ਕਾਬਿਜ਼ ਹੋ ਗਏ? ਚੋਲ। ਅੱਗੇ ਪੜ੍ਹਦੇ ਹਾਂ ਜੀ। ਪੱਲਵ ਦਾ ਪ੍ਰਸ਼ਾਸਨ, ਐਡਮਿਨਿਸਟ੍ਰੇਸ਼ਨ। ਇਹਨਾਂ ਦਾ ਐਡਮਿਨਿਸਟ੍ਰੇਸ਼ਨ ਕਿਸ ਹਿਸਾਬ ਦਾ ਸੀ? ਪੱਲਵਾਂ ਕੋਲ ਇੱਕ ਚੰਗੀ ਤਰ੍ਹਾਂ ਸੰਗਠਿਤ ਪ੍ਰਸ਼ਾਸਨਿਕ ਪ੍ਰਣਾਲੀ ਸੀ, ਪ੍ਰੋਪਰ ਸਿਸਟਮ ਸੀ ਰਾਜ ਕਰਨ ਦਾ। ਪੱਲਵ ਰਾਜ ਕੋਟਮ ਵਿੱਚ ਵੰਡਿਆ ਹੋਇਆ ਸੀ। ਕੋਟਮ
ਜਿਸ ਤਰ੍ਹਾਂ ਸਾਡੇ ਅੱਜ ਦੇ ਦੌਰ ਵਿੱਚ ਭਾਰਤ ਸਟੇਟਾਂ ਵਿੱਚ ਵੰਡਿਆ ਆ, ਉਸ ਹਿਸਾਬ ਨਾਲ ਕੋਟਮ, ਡਿਫਰੈਂਟ ਸਟੇਟ ਨੂੰ ਕੋਟਮ ਕਹਿੰਦੇ ਸੀ। ਮਤਲਬ ਡਿਵੀਜ਼ਨਸ ਨੂੰ, ਪੂਰੇ ਰਾਜ ਵਿੱਚ ਛੋਟੇ ਡਿਵੀਜ਼ਨ ਆ ਉਹਨਾਂ ਨੂੰ ਕੋਟਮ ਕਹਿੰਦੇ ਸੀ। ਕੋਟਮ ਦਾ ਪ੍ਰਬੰਧ ਰਾਜੇ ਦੁਆਰਾ ਨਿਯੁਕਤ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਸੀ। ਸਪੈਸ਼ਲ ਆਫਿਸਰਸ ਨਿਯੁਕਤ ਕੀਤੇ ਗਏ ਸੀ ਇਹਨਾਂ ਦੇ ਪ੍ਰਸ਼ਾਸਨ ਲਈ। ਮੇਨ ਸ਼ਬਦ ਆ ਜੀ ਕੋਟਮ। ਅੱਜ ਵੀ ਤੁਸੀਂ ਦੇਖਿਓ ਉਹਨਾਂ ਦੇ ਕਈ ਸ਼ਹਿਰਾਂ ਦੇ ਨਾਮ ਪਿੱਛੇ ਕੋਟਮ ਇੱਦਾਂ ਲੱਗਦਾ ਆ। ਕੋਟਮ ਦਾ ਮਤਲਬ ਇੱਕ ਛੋਟਾ ਏਰੀਆ, ਮੇਨ ਦੇਸ਼ ਵਿੱਚ ਸਬ ਡਿਵੀਜ਼ਨ। ਰਾਜਾ ਪ੍ਰਸ਼ਾਸਨ ਦੇ ਸੈਂਟਰ ਵਿੱਚ ਸੀ। ਮੇਨ ਬੰਦਾ ਪ੍ਰਸ਼ਾਸਨ ਦਾ ਕੌਣ ਸੀ? ਸਭ ਤੋਂ ਉੱਪਰਲੀ ਸਟੇਜ ਤੇ ਰਾਜਾ, ਅੱਗੇ ਉਸਦੇ ਦਰਬਾਰੀ ਹੁੰਦੇ ਸੀ। ਜਿਸ ਵਿੱਚ ਇਸ ਕੰਮ ਵਿੱਚ, ਪ੍ਰਸ਼ਾਸਨ ਦੇ ਕੰਮ ਵਿੱਚ ਰਾਜੇ ਦੀ ਮਦਦ ਯੋਗ ਮੰਤਰੀਆਂ ਦੁਆਰਾ ਕੀਤੀ ਜਾਂਦੀ ਸੀ। ਉਹਦੀ ਹੈਲਪ ਲਈ ਏਬਲ ਐਡਮਿਨਿਸਟ੍ਰੇਟਰ ਸੀ। ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਜੀ। ਵੱਡੇ ਸਾਮਰਾਜ ਵਿੱਚ ਆਲਮੋਸਟ ਤਾਣਾ ਬਾਣਾ ਸੇਮ ਜਿਹਾ ਸੀ। ਮੇਨ ਬੰਦਾ ਰਾਜਾ ਤੇ ਰਾਜੇ ਦੀ ਸਲਾਹ ਲਈ ਆਪਣੀ ਇੱਕ ਕੌਂਸਲ ਹੁੰਦੀ ਸੀ। ਠੀਕ। ਰਾਜਾ ਨੇ ਇੱਕ ਚੰਗੀ ਸਿਖਲਾਈ ਪ੍ਰਾਪਤ ਫੌਜ ਬਣਾਈ ਰੱਖੀ। ਸਾਰਿਆਂ ਕੋਲ ਵੈਲ ਟ੍ਰੇਨਡ ਫੌਜ ਸੀ। ਜਿੰਨੇ ਰਾਜੇ ਹੋਏ ਵੱਡੇ ਪੱਲਵਾਂ ਦੇ, ਉਹਨਾਂ ਕੋਲ ਵੈਲ ਟ੍ਰੇਨਡ, ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਫੌਜ ਰਹੀ ਆ। ਉਹਨਾਂ ਨੇ ਮੰਦਰਾਂ ਨੂੰ ਜ਼ਮੀਨ ਗ੍ਰਾਂਟਾਂ ਪ੍ਰਦਾਨ ਕੀਤੀਆਂ। ਆਹ ਇੰਪੋਰਟੈਂਟ ਪੁਆਇੰਟ ਹੋ ਗਏ। ਪੱਲਵਾਂ ਨੇ ਮੰਦਰਾਂ ਨੂੰ ਤੇ ਬ੍ਰਾਹਮਣਾਂ ਨੂੰ, ਦੋਨਾਂ ਨੂੰ ਜ਼ਮੀਨਾਂ ਗ੍ਰਾਂਟਾਂ ਦੇ ਰੂਪ ਵਿੱਚ ਦਿੱਤੀਆਂ। ਇਹ ਬਹੁਤ ਇੰਪੋਰਟੈਂਟ ਪੁਆਇੰਟ ਆ। ਤਾਂ ਜਿਹੜੀ ਤਾਂ ਮੰਦਰਾਂ ਨੂੰ ਗ੍ਰਾਂਟ ਦਿੱਤੀ ਜਾਂਦੀ ਸੀ ਜ਼ਮੀਨਾਂ ਦੀ, ਉਹਨੂੰ ਕਿਹਾ ਜਾਂਦਾ ਸੀ ਦੇਵ ਧਨ। ਵੀ ਇਹ ਧਨ ਦੇਵਤਿਆਂ ਨੂੰ ਦੇਤਾ। ਦੇਵ ਧਨ ਇੰਪੋਰਟੈਂਟ ਸ਼ਬਦ ਆ ਜੀ। ਤਾਂ ਜਿਹੜੀ ਜ਼ਮੀਨ ਬ੍ਰਾਹਮਣਾਂ ਨੂੰ ਦਿੱਤੀ ਜਾਂਦੀ ਸੀ ਉਹਨੂੰ ਕਹਿੰਦੇ ਸੀ ਬ੍ਰਹਮਦਿਆ। ਉਹਨੂੰ ਕਹਿੰਦੇ ਸੀ ਬ੍ਰਹਮਦਿਆ। ਇੰਪੋਰਟੈਂਟ ਆ। ਅੱਛਾ, ਇਹ ਦੋਨੋਂ ਜ਼ਮੀਨਾਂ ਉੱਤੇ ਟੈਕਸ ਨਹੀਂ ਸੀ ਲੱਗਦਾ। ਇਹ ਵੀ ਗੱਲ ਆ, ਜ਼ਮੀਨਾਂ ਦੇ ਵੀ ਦਿੱਤੀਆਂ ਤੇ ਇਹਨਾਂ ਨੂੰ ਟੈਕਸ ਵੀ ਨਹੀਂ ਲੱਗਦਾ ਸੀ। ਤਾਂ ਸਿੱਟਾ ਕੀ ਹੋਇਆ? ਸਿੱਟਾ ਇਹ ਹੋਇਆ ਕਿ ਜਿਹੜਾ ਪੁਜਾਰੀ ਵਰਗ ਆ ਉਹ ਬਹੁਤ ਪਾਵਰਫੁਲ ਹੋ ਗਿਆ। ਬ੍ਰਾਹਮਣਾਂ ਨੂੰ ਦਾਨ ਕੀਤੀਆਂ ਜ਼ਮੀਨਾਂ ਨੂੰ ਬ੍ਰਹਮਦਿਆ ਵਜੋਂ ਜਾਣਿਆ ਜਾਂਦਾ ਸੀ। ਇਸ ਤੋਂ ਇਲਾਵਾ ਦੇਖੋ ਹੋਰ ਕੀ ਕੀਤਾ ਪ੍ਰਸ਼ਾਸਨ ਵਿੱਚ। ਜ਼ਮੀਨਾਂ ਨੂੰ ਸਿੰਚਾਈ ਦੀਆਂ ਸਹੂਲਤਾਂ ਪ੍ਰਦਾਨ ਕਰਨਾ ਵੀ ਸੈਂਟਰਲ ਗੌਰਮੈਂਟ ਭਾਵ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ। ਸਿੰਚਾਈ ਸਹੂਲਤਾਂ ਪ੍ਰੋਵਾਈਡ ਕਰਨੀਆਂ। ਤਾਂ ਇਸ ਲਈ ਪੱਲਵ ਰਾਜਾ ਦੁਆਰਾ ਕਈ ਸਿੰਚਾਈ ਟੈਂਕ ਜਾਂ ਤਲਾਬ ਪੁੱਟੇ ਗਏ ਸਨ। ਜਗ੍ਹਾ ਤੇ ਤਲਾਬ ਪੁੱਟੇ ਗਏ ਸਰਕਾਰ ਵੱਲੋਂ, ਤਾਂ ਕਿ ਪਾਣੀ ਉੱਥੇ ਜਮ੍ਹਾਂ ਹੋ ਜਾਏ ਤੇ ਖੇਤੀਬਾੜੀ ਲਈ ਵਰਤਿਆ ਜਾ ਸਕੇ। ਮਹਿੰਦਰ ਵਰਮਨ ਵਨ ਦੀ ਟੈਕਸ ਪ੍ਰਣਾਲੀ ਬਾਰੇ ਵਿਸਤ੍ਰਿਤ ਜਾਣਕਾਰੀ ਪੱਲਵ ਸ਼ਿਲਾਲੇਖਾਂ ਤੋਂ ਵੀ ਲੱਭੀ ਜਾ ਸਕਦੀ ਹੈ। ਜਿਹੜੇ ਇਨਸਕ੍ਰਿਪਸ਼ਨ ਸੀ ਨਾ, ਪੱਥਰਾਂ ਤੇ ਮੈਟਲਸ ਤੇ ਲਿਖੇ ਹੋਏ ਅੱਖਰ, ਉਹਨਾਂ ਤੋਂ ਵੀ ਕਾਫੀ ਜਾਣਕਾਰੀ ਮਿਲਦੀ ਹੈ ਇਹਨਾਂ ਦੇ ਟੈਕਸ ਸਿਸਟਮ ਬਾਰੇ। ਪੜ੍ਹ ਲਈਏ। ਜ਼ਮੀਨੀ ਟੈਕਸ ਸਰਕਾਰੀ ਮਾਲੀਏ ਦਾ ਮੁੱਖ ਸਰੋਤ ਸੀ। ਮੇਨ ਸੋਰਸ ਆਫ ਇਨਕਮ ਕੀ ਸੀ? ਲੈਂਡ ਰੈਵਨਿਊ। ਜ਼ਮੀਨੀ ਟੈਕਸ ਜਨਰਲੀ ਲੈਂਡ ਰੈਵਨਿਊ ਹੀ ਸਾਡੇ ਇੱਥੇ ਮੇਨ ਸੋਰਸ ਆਫ ਇਨਕਮ ਰਿਹਾ ਆ ਰਾਜੇ ਦਾ, ਸਟੇਟ ਦਾ। ਬ੍ਰਹਮਦਿਆ ਅਤੇ ਦੇਵਧਨ ਜ਼ਮੀਨਾਂ ਨੂੰ ਟੈਕਸ ਤੋਂ ਛੋੜ ਦਿੱਤੀ ਗਈ ਸੀ। ਅਸੀਂ ਪੜ੍ਹਿਆ ਕਿ ਜਿਹੜੀਆਂ ਜ਼ਮੀਨਾਂ ਰਾਜੇ ਵੱਲੋਂ ਮੰਦਰਾਂ ਜਾਂ ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਦਿੱਤੀਆਂ ਗਈਆਂ, ਉਹਨਾਂ ਉੱਤੇ ਟੈਕਸ ਨਹੀਂ ਸੀ ਲੱਗਦਾ। ਇਸ ਤੋਂ ਇਲਾਵਾ ਦੇਖੋ ਵਪਾਰੀ ਹੋ ਗਏ, ਕਾਰੀਗਰ ਜਿਵੇਂ ਤਰਖਾਣ, ਸੁਨਿਆਰੇ, ਧੋਬੀ, ਤੇਲ ਕੱਢਣ ਵਾਲੇ ਅਤੇ ਜੁਲਾਹੇ, ਇਹ ਵੀ ਸਰਕਾਰ ਨੂੰ ਟੈਕਸ ਅਦਾ ਕਰਦੇ ਸਨ। ਪੱਲਵ ਦੇ ਸ਼ਿਲਾਲੇਖ ਪਿੰਡਾਂ ਦੀਆਂ ਸਭਾਵਾਂ ਅਤੇ ਉਹਨਾਂ ਦੀਆਂ ਕਮੇਟੀਆਂ ਬਾਰੇ ਬਹੁਤ ਜਾਣਕਾਰੀ ਪ੍ਰਦਾਨ ਕਰਦੇ ਹਨ। ਸ਼ਿਲਾਲੇਖਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿਹੜੇ ਪਿੰਡਾਂ ਦੇ ਲੋਕ ਸੀ ਉਹ ਆਪਣੀਆਂ ਪ੍ਰੋਪਰ ਅਸੈਂਬਲੀਆਂ ਕਰਦੇ ਸੀ, ਗਰੁੱਪ 'ਚ ਇਕੱਠੇ ਹੁੰਦੇ ਸੀ, ਆਪਣੇ ਮਸਲੇ ਨਿਪਟਾਉਂਦੇ ਸੀ। ਉਹਨਾਂ ਨੂੰ ਕਹਿੰਦੇ ਸੀ ਇਹਨਾਂ ਦੀਆਂ ਸਭਾਵਾਂ। ਤੇ ਉਹਨਾਂ ਨੇ ਆਪਣੀਆਂ ਅੱਗੇ ਕਮੇਟੀਆਂ ਵੀ ਬਣਾਈਆਂ ਹੋਈਆਂ ਸੀ। ਵਿਲੇਜ ਐਡਮਿਨਿਸਟ੍ਰੇਸ਼ਨ ਦੀ ਗੱਲ ਹੋ ਗਈ। ਉਹ ਸਾਰੇ ਪਿੰਡ ਦੀਆਂ ਜ਼ਮੀਨਾਂ ਦਾ ਰਿਕਾਰਡ ਰੱਖਦੇ ਸਨ। ਰਿਕਾਰਡ ਵੀ ਰੱਖਿਆ ਜਾਂਦਾ ਸੀ। ਪੱਲਵਾਂ ਦੁਆਰਾ ਜ਼ਮੀਨਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ। ਸਥਾਨਕ ਮਾਮਲਿਆਂ ਦਾ ਧਿਆਨ ਰੱਖਦੇ ਸਨ। ਲੋਕਲ ਜੋ ਇਸ਼ੂ ਸੀ ਉਹਨਾਂ ਦਾ ਨਿਪਟਾਰਾ ਵੀ ਕਰਦੇ ਸੀ ਅਤੇ ਮੰਦਰਾਂ ਦਾ ਪ੍ਰਬੰਧ ਵੀ ਕਰਦੇ ਸਨ। ਕੌਣ? ਪੱਲਵ ਰਾਜੇ ਕਰਦੇ ਸਨ, ਕਰਵਾਉਂਦੇ ਸਨ। ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਆ ਕਿ ਪੱਲਵ ਰਿਕਾਰਡ ਨਹੀਂ ਰੱਖਦੇ ਸੀ। ਨਹੀਂ ਰੱਖਦੇ ਸੀ, ਰਿਕਾਰਡ ਰੱਖਿਆ ਜਾਂਦਾ ਸੀ। ਹਰਸ਼ਵਰਧਨ ਦੇ ਟਾਈਮ ਵਿੱਚ ਵੀ ਰਿਕਾਰਡ ਰੱਖਿਆ ਜਾਂਦਾ ਸੀ ਤੇ ਰਿਕਾਰਡ ਰੱਖਣਾ ਇੱਕ ਅਹਿਮ ਡਿਊਟੀ ਸੀ, ਕਰਤੱਵ ਸੀ। ਅੱਗੇ ਦੇਖੋ,
ਹੁਣ ਗੱਲ ਕਰਦੇ ਜੀ ਪੱਲਵ ਦੇ ਅਧੀਨ ਸਮਾਜ ਦੀ ਕੀ ਹਾਲਤ ਸੀ। ਹੁਣ ਜਿਹੜਾ ਗੈਸ ਮਾਰੋ ਕਿ ਜਾਤ ਪਾਤ ਜ਼ਿਆਦਾ ਵਧੀ ਹੋਵੇਗੀ ਜਾਂ ਘਟੀ ਹੋਵੇਗੀ। ਇਹ ਵਧੀ। ਪੱਲਵ ਕਾਲ ਦੌਰਾਨ ਤਾਮਿਲ ਸਮਾਜ ਨੇ ਬਹੁਤ ਵੱਡਾ ਬਦਲਾਅ ਦੇਖਿਆ। ਜਾਤ ਪਾਤ ਹੋਰ ਕਠੋਰ ਹੋ ਗਈ। ਬ੍ਰਾਹਮਣਾਂ ਦਾ ਸਮਾਜ ਵਿੱਚ ਉੱਚਾ ਸਥਾਨ ਸੀ, ਹਾਈ ਸਟੇਟਸ। ਦੇਖਿਆ ਆਪਾਂ ਵੀ ਕਿਸ ਤਰ੍ਹਾਂ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਤੇ ਫਿਰ ਇਹਨਾਂ ਦਾ ਰੁਤਬਾ ਉੱਚਾ ਹੋ ਗਿਆ, ਤੇ ਕਿਉਂਕਿ ਉਹਦੇ ਉੱਤੇ ਟੈਕਸ ਵੀ ਨਹੀਂ ਦੇਣਾ ਪੈਂਦਾ ਸੀ। ਉਹਨਾਂ ਨੂੰ ਰਾਜਿਆਂ ਅਤੇ ਅਹਿਲਕਾਰਾਂ ਦੁਆਰਾ ਜ਼ਮੀਨ ਗ੍ਰਾਂਟਾਂ ਵਿੱਚ ਦਿੱਤੀਆਂ ਜਾਂਦੀਆਂ ਸਨ। ਅਹਿਲਕਾਰ ਹੁੰਦੇ ਜੀ ਨੋਬਲਸ। ਵਜ਼ੀਰਾਂ ਦੁਆਰਾ ਉਹਨਾਂ ਦੁਆਰਾ ਵੀ ਬ੍ਰਾਹਮਣਾਂ ਨੂੰ ਜ਼ਮੀਨ ਦਿੱਤੀ ਜਾਂਦੀ ਸੀ। ਉਹਨਾਂ ਨੂੰ ਮੰਦਰਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਸੀ। ਠੀਕ ਹੈ ਜੀ। ਪੱਲਵ ਕਾਲ ਨੇ ਸ਼ੈਵਵਾਦ ਅਤੇ ਵੈਸ਼ਨਵਵਾਦ ਦੇ ਉਭਾਰ ਅਤੇ ਬੁੱਧ ਅਤੇ ਜੈਨ ਧਰਮ ਦੇ ਪਤਨ ਨੂੰ ਵੀ ਦੇਖਿਆ। ਇਸ ਟਾਈਮ ਤੇ ਜਾ ਕੇ ਨਾ ਹੁਣ ਬੁੱਧ ਤੇ ਜੈਨ ਕੀ ਆ, ਡਿਕਲਾਈਨ ਹੋਣ ਲੱਗ ਗਏ, ਕਾਫੀ ਡਿਕਲਾਈਨ ਹੋਏ, ਤੇ ਸ਼ੈਵਵਾਦ ਸ਼ਿਵਜੀ ਦੇ ਭਗਤ ਅਤੇ ਵੈਸ਼ਨਵਵਾਦ ਵੈਸ਼ਨਵਾਈਟ ਵਿਸ਼ਨੂੰ ਦੇ ਭਗਤ, ਇਹ ਦੋ ਸੈਕਟਰ ਜ਼ਿਆਦਾ ਉੱਭਰੇ। ਅਸੀਂ ਇਹਨੂੰ ਭਗਤੀ ਕਾਲ ਵੀ ਕਹਿ ਸਕਦੇ ਹਾਂ, ਕਿਉਂਕਿ ਇੱਥੇ ਕੀ ਆ ਕਿ ਆਪਣੇ ਇਸ਼ਟ ਸ਼ਿਵਜੀ ਜਾਂ ਵਿਸ਼ਨੂੰ, ਇਹਨਾਂ ਦੀ ਡਾਇਰੈਕਟ ਪੂਜਾ ਹੁੰਦੀ ਸੀ, ਭਗਤੀ ਹੁੰਦੀ ਸੀ। ਤਾਂ ਅਸੀਂ ਕਹਿ ਸਕਦੇ ਹਾਂ ਕਿ ਭਗਤੀ ਕਾਲ ਦਾ ਉਦੈ ਹੋਇਆ ਸਾਊਥ ਇੰਡੀਆ ਵਿੱਚ। ਬਾਅਦ ਵਿੱਚ ਹੌਲੀ ਹੌਲੀ ਨਾਰਥ ਇੰਡੀਆ ਵਿੱਚ ਵੀ ਭਗਤੀ ਕਾਲ ਆਇਆ, ਮਤਲਬ ਰੱਬ ਦੀ ਭਗਤੀ ਕਰਨੀ। ਸ਼ੈਵਵਾਦ ਤੇ ਵੈਸ਼ਨਵਵਾਦ ਇਹ ਰਾਈਜ਼ ਹੋਏ ਤੇ ਬੁੱਧ ਤੇ ਜੈਨ ਇਹ ਪਤਨ ਵੱਲ ਗਏ, ਇਹਨਾਂ ਦਾ ਕਾਫੀ ਡਿਕਲਾਈਨ ਹੋ ਗਿਆ। ਅਸੀਂ ਦੇਖਦੇ ਹਾਂ ਬਾਅਦ ਵਿੱਚ ਵੀ ਨਾ ਫਿਰ ਜਾ ਕੇ ਖਾਸ ਤੌਰ ਤੇ ਬੁੱਧ, ਇਹਨਾਂ ਦਾ ਕੋਈ ਇੰਨਾ ਰਾਈਜ਼ ਨਹੀਂ ਹੋਇਆ ਦੇਸ਼ ਦੀ ਆਜ਼ਾਦੀ ਤੱਕ ਭਾਰਤ ਵਿੱਚ। ਅੱਗੇ ਵਧਦੇ ਹਾਂ। ਸ਼ਿਵ ਨੈਨਮਾਰਾਂ ਅਤੇ ਵੈਸ਼ਨਵ ਅਲਵਰਾਂ, ਜਿਹੜੇ ਤਾਂ ਸ਼ਿਵ ਜੀ ਦੀ ਪੂਜਾ ਕਰਦੇ ਸੀ ਉਹਨੂੰ ਕਹਿੰਦੇ ਸੀ ਨੈਨਨਾਰ, ਉਹਨੂੰ ਕਹਿੰਦੇ ਸੀ ਨੈਨਨਾਰ। ਤਾਂ ਜਿਹੜੇ ਤਾਂ ਸੀ ਵਿਸ਼ਨੂੰ ਦੀ ਪੂਜਾ ਕਰਦੇ ਉਹਨੂੰ ਕਹਿੰਦੇ ਸੀ ਅਲਵਰ। ਇਹ ਯਾਦ ਰੱਖਿਓ। ਨੈਨਨਾਰ ਕੌਣ ਸੀ? ਸ਼ਿਵ ਜੀ ਦੇ ਭਗਤ। ਅਤੇ ਅਲਵਰ ਕੌਣ ਸੀ? ਵਿਸ਼ਨੂੰ ਦੇ ਭਗਤ। ਨੈਨਨਾਰ ਤੇ ਅਲਵਰ, ਇਹ ਦੋ ਟਰਮੀਨੋਲੋਜੀਆਂ ਇੰਪੋਰਟੈਂਟ ਹੋ ਗਈਆਂ ਹੁਣ। ਠੀਕ, ਇਹਨਾਂ ਨੇ ਸ਼ੈਵਵਾਦ ਤੇ ਵੈਸ਼ਨਵਵਾਦ ਦੇ ਵਿਕਾਸ ਵਿੱਚ ਕਾਫੀ ਯੋਗਦਾਨ ਪਾਇਆ। ਇਸ ਨੂੰ ਭਗਤੀ ਲਹਿਰ ਵਜੋਂ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਆਪਣੇ ਇਸ਼ਟ ਦੀ ਭਗਤੀ ਕਰਦੇ ਸੀ। ਉਹਨਾਂ ਨੇ ਤਾਮਿਲ ਭਾਸ਼ਾ ਵਿੱਚ ਆਪਣੇ ਭਜਨਾਂ ਦੀ ਰਚਨਾ ਕੀਤੀ। ਲੋਕਲ ਲੈਂਗੁਏਜ ਵਿੱਚ, ਉਸ ਸਮੇਂ ਕਿਹੜੀ ਭਾਸ਼ਾ ਸੀ ਉਹਨਾਂ ਦੀ? ਤਮਿਲ। ਉਸ ਵਿੱਚ ਆਪਣੇ ਹਾਈਮਸ, ਭਜਨ ਵਗੈਰਾ ਦੀ ਰਚਨਾ ਕੀਤੀ। ਕਿਉਂਕਿ ਦੇਖੋ ਜੀ, ਸੰਸਕ੍ਰਿਤ ਫਿਰ ਹੁਣ ਆਮ ਲੋਕਾਂ ਦੀ ਭਾਸ਼ਾ ਨਹੀਂ ਸੀ, ਤੇ ਆਮ ਲੋਕਾਂ ਦੀ ਭਾਸ਼ਾ ਫਿਰ ਉਹਨਾਂ ਨੂੰ ਜੇ ਸਮਝਾਉਣਾ ਹੈ ਤੁਸੀਂ ਜਨਤਾ ਨੂੰ, ਤਾਂ ਉਹਨਾਂ ਦੀ ਆਮ ਭਾਸ਼ਾ ਵਿੱਚ ਗੱਲ ਕਰਨੀ ਪੈਣੀ ਆ। ਤਾਂ ਇਸੇ ਕਰਕੇ ਜਿਹੜੇ ਸੁਧਾਰਕ ਹੁੰਦੇ ਆ ਨਾ, ਉਹ ਲੋਕ ਬੋਲੀ ਵਿੱਚ ਆਪਣੀ ਗੱਲ ਕਹਿੰਦੇ ਆ। ਤੇ ਭਗਤੀ ਕਾਲ ਦੇ ਨੈਨਨਾਰ ਤੇ ਅਲਵਰਾਂ ਨੇ ਵੀ ਆਪਣੇ ਭਜਨ ਤਮਿਲ ਭਾਸ਼ਾ ਵਿੱਚ ਲਿਖੇ। ਇਹਨਾਂ ਭਜਨਾਂ ਨੇ ਭਗਤੀ ਦੀ ਮਹੱਤਤਾ ਨੂੰ ਪ੍ਰਗਟ ਕੀਤਾ। ਕੀ ਸੀ ਭਜਨਾਂ ਵਿੱਚ ਇੰਪੋਰਟੈਂਟ, ਕੀ ਸੀ ਭਜਨਾਂ ਦੀ ਇੰਪੋਰਟੈਂਸ, ਜਾਂ ਉਹਨਾਂ ਦਾ ਏਮ ਕੀ ਸੀ, ਵੀ ਭਗਤੀ ਦੀ ਇੰਪੋਰਟੈਂਸ ਕੀ ਆ, ਇਹ ਗੱਲ ਦੱਸਦੇ ਸੀ ਸ਼ਬਦ ਭਜਨ। ਪੱਲਵ ਰਾਜਿਆਂ ਦੁਆਰਾ ਮੰਦਰਾਂ ਦੀ ਉਸਾਰੀ ਨੇ ਇਹਨਾਂ ਦੋ ਧਰਮਾਂ ਦੇ ਫੈਲਣ ਦਾ ਰਾਹ ਪੱਧਰਾ ਕੀਤਾ, ਤੇ ਰਾਜਿਆਂ ਨੇ ਵੀ ਇਹ ਦੋ ਧਰਮਾਂ ਨੂੰ ਪ੍ਰਮੋਟ ਕੀਤਾ। ਇਹਨਾਂ ਲਈ ਮੰਦਿਰ ਉਸਾਰੇ ਗਏ। ਇਹ ਦੋਨੋਂ ਧਰਮ ਪ੍ਰਮੋਟ ਹੋਏ। ਅੱਗੇ ਗੱਲ ਕਰਦੇ ਜੀ ਸਿੱਖਿਆ ਅਤੇ ਸਾਹਿਤ। ਸਿੱਖਿਆ ਅਤੇ ਸਾਹਿਤ ਵੀ ਬਹੁਤ ਇੰਪੋਰਟੈਂਟ ਆ, ਬਹੁਤ ਜ਼ਰੂਰੀ ਆ ਜੀ ਇਸ ਏਰੀਏ ਦਾ, ਕਿਉਂਕਿ ਇਹਨਾਂ ਰਾਜਿਆਂ ਨੇ ਸਿੱਖਿਆ ਨੂੰ ਪ੍ਰਮੋਟ ਕਰਨ ਲਈ ਕਾਫੀ ਕੰਮ ਕੀਤੇ। ਤੇ ਕਾਂਚੀਪੁਰਮ ਮੇਨ ਸੈਂਟਰ ਹੁੰਦਾ ਸੀ ਸਿੱਖਿਆ ਦਾ, ਤੇ ਉਹਦੇ ਵਿੱਚ ਵੀ ਕੀ ਸੀ? ਗੱਟਿਕਾ ਜਿੱਦਾਂ ਅੱਜ ਦੇ ਟਾਈਮ ਦੇ ਕਾਲਜ ਹੋ ਗਏ, ਇਸ ਹਿਸਾਬ ਨਾਲ ਸਿੱਖਿਆ ਦੇ ਕੇਂਦਰ ਸੀ ਗੱਟਿਕਾ। ਇਹ ਸ਼ਬਦ ਤੁਸੀਂ ਯਾਦ ਰੱਖਣਾ। ਇਹ ਮੇਨਸ ਵਿੱਚ ਪ੍ਰਸ਼ਨ ਆਇਆ ਵੀ ਹੋਇਆ ਕਿ ਜਿਹੜਾ ਕਾਂਚੀਪੁਰਮ ਆ ਉਹ ਸਿੱਖਿਆ ਦਾ ਕੇਂਦਰ ਸੀ। ਦੱਸੋ ਜੀ, ਦੋ ਵਿਚਾਰ। ਤਾਂ ਤੁਸੀਂ ਮੇਨ ਗੱਲਾਂ ਲਿਖਣੀਆਂ ਵੀ ਕਿਸ ਤਰ੍ਹਾਂ ਆਹ ਵਿਦਵਾਨ ਇੱਥੇ ਹੋਏ ਆ, ਇਸ ਤਰ੍ਹਾਂ ਆਪਣਾ ਉੱਥੇ ਗੱਟਿਕਾਵਾਂ ਹੁੰਦੀਆਂ ਸੀ ਸਿੱਖਿਆ ਦਾ ਪ੍ਰਸਾਰ ਕਰਨ ਲਈ। ਇਹ ਗੱਲਾਂ ਤੁਸੀਂ ਲਿਖਣੀਆਂ, ਅਸੀਂ ਪੜ੍ਹ ਲੈਂਦੇ ਜੀ।
ਸਾਰੇ ਵੱਡੇ ਵੱਡੇ ਵਿਦਵਾਨਾਂ ਦੇ ਨਾਮ ਨਹੀਂ ਲਿਖਣੇ, 2-3 ਬਹੁਤ ਆ ਜੀ, ਪਰ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਵੀ ਕੀ ਗੱਲ ਆ। ਪੱਲਵ ਵਿੱਦਿਆ ਦੇ ਮਹਾਨ ਸਰਪ੍ਰਸਤ ਹਨ, ਬਹੁਤ ਬੜਾਵਾ ਦਿੱਤਾ ਵਿੱਦਿਆ ਨੂੰ, ਪੈਟਰੋਨਾਈਜ਼ ਕੀਤਾ। ਉਹਨਾਂ ਦੀ ਰਾਜਧਾਨੀ ਕਾਂਚੀ ਵਿੱਦਿਆ ਦਾ ਪ੍ਰਾਚੀਨ ਕੇਂਦਰ ਸੀ। ਕਾਂਚੀ ਵਿਖੇ ਸਿੱਖਿਆ ਦੇ ਕੇਂਦਰ ਵਜੋਂ ਗੱਟਿਕਾ ਪ੍ਰਸਿੱਧ ਸੀ। ਗੱਟਿਕਾ, ਇਹ ਬਹੁਤ ਇੰਪੋਰਟੈਂਟ ਟਰਮੀਨੋਲੋਜੀ ਹੋ ਗਈ। ਗੱਟਿਕਾ ਕੀ ਆ? ਸਿੱਖਿਆ ਦੇ ਕੇਂਦਰ, ਜਿੱਥੇ ਸਿੱਖਿਆਵਾਂ ਦਿੱਤੀ ਜਾਂਦੀ ਸੀ, ਜਿੱਥੇ ਐਜੂਕੇਸ਼ਨ ਦਿੱਤੀ ਜਾਂਦੀ ਸੀ, ਸਕੂਲ ਕਾਲਜ ਵਗੈਰਾ। ਗੱਟਿਕਾ ਸਕੂਲ ਚਲੋ ਛੋਟੇ ਲੈਵਲ 'ਤੇ ਹੋ ਗਿਆ, ਵੱਡੇ ਲੈਵਲ 'ਤੇ ਗੱਟਿਕਾ। ਭਾਰਤ ਦੇ ਸਾਰੇ ਹਿੱਸਿਆਂ ਤੋਂ ਅਤੇ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਇੱਥੇ ਆ ਕੇ ਸਿੱਖਿਆ ਪ੍ਰਾਪਤ ਕਰਦੇ ਸਨ। ਇਹ ਇੰਨਾ ਇੰਪੋਰਟੈਂਟ ਜਗ੍ਹਾ ਸੀ ਸਿੱਖਿਆ ਦੀ ਕਿ ਦੂਰੋਂ ਦੂਰੋਂ ਲੋਕ ਇੱਥੇ ਸਿੱਖਿਆ ਲੈਣ ਲਈ ਆਉਂਦੇ ਸੀ, ਵਿਦਨ ਇੰਡੀਆ ਅਤੇ ਫਰੋਮ ਫੋਰਨ ਕੰਟਰੀ ਤੋਂ ਵੀ, ਵਿਦੇਸ਼ਾਂ ਤੋਂ ਵੀ। ਆਹ ਦੇਖ ਲਓ ਜੀ, ਕਦੰਬ ਰਾਜਵੰਸ਼ ਦੇ ਸੰਸਥਾਪਕ ਮਯੂਰ ਸਰਮਨ, ਉਸਨੇ ਵੀ ਕਾਂਚੀ ਵਿਖੇ ਵੇਦਾਂ ਦਾ ਅਧਿਐਨ ਕੀਤਾ। ਠੀਕ ਹੈ ਜੀ, ਵੱਡੇ ਵੱਡੇ ਰਾਜਿਆਂ ਨੇ ਵੀ ਇੱਥੇ ਸਟੱਡੀ ਕੀਤੀ। ਕਾਂਚੀ ਵਿਖੇ ਇੱਕ ਬੋਧੀ ਲੇਖਕ ਡਿੰਗ ਨਾਗਾ ਅਧਿਐਨ ਕਰਨ ਆਇਆ ਸੀ। ਡਿੰਗ ਨਾਗਾ ਇੱਕ ਬੋਧੀ ਲੇਖਕ ਸੀ, ਉਹ ਵੀ ਸਟੱਡੀ ਕਰਨ ਇੱਥੇ ਆਇਆ, ਪੜ੍ਹਾਈ ਕਰਨ ਆਇਆ। ਧਰਮਪਾਲ, ਜੋ ਬਾਅਦ ਵਿੱਚ ਨਾਲੰਦਾ ਯੂਨੀਵਰਸਿਟੀ ਦਾ ਮੁਖੀ ਬਣਿਆ, ਉਹ ਵੀ ਕਾਂਚੀ ਨਾਲ ਸੰਬੰਧਿਤ ਸੀ। ਆਹ ਧਰਮਪਾਲ ਨਾਮ ਬਹੁਤ ਇੰਪੋਰਟੈਂਟ ਆ। ਧਰਮਪਾਲ ਕਾਂਚੀ ਨਾਲ ਸੰਬੰਧਿਤ ਸੀ, ਪੜ੍ਹਿਆ ਲਿਖਿਆ ਬੰਦਾ ਸੀ, ਅਤੇ ਬਾਅਦ ਵਿੱਚ ਨਾਲੰਦਾ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਬਣਿਆ ਅਤੇ ਉੱਥੋਂ ਦਾ ਮੁਖੀ ਵੀ ਬਣਿਆ। ਠੀਕ ਹੈ ਨਾ, ਇਹ ਨਾਮ ਬਹੁਤ ਇੰਪੋਰਟੈਂਟ ਆ। ਧਰਮਪਾਲ ਕਾਂਚੀਪੁਰਮ ਦਾ ਸੀ ਅਤੇ ਨਾਲੰਦਾ ਯੂਨੀਵਰਸਿਟੀ ਦਾ ਮੁਖੀ ਬਣਿਆ ਸੀ। ਇਹਦਾ ਮਤਲਬ ਇੱਥੋਂ ਪੜ੍ਹਿਆ ਕਾਂਚੀਪੁਰਮ ਤੋਂ ਐਜੂਕੇਸ਼ਨ ਲਈ, ਅਤੇ ਬਾਅਦ ਵਿੱਚ ਨਾਲੰਦਾ ਯੂਨੀਵਰਸਿਟੀ ਵੀ ਗਿਆ। ਭਾਰਵੀ ਸੰਸਕ੍ਰਿਤ ਦਾ ਮਹਾਨ ਵਿਦਵਾਨ ਸੀਮਾ ਵਿਸ਼ਨੂੰ ਦੇ ਸਮੇਂ ਵਿੱਚ ਰਹਿੰਦਾ ਸੀ। ਸਿੰਪਲ ਤੁਸੀਂ ਕਹਿ ਲਓ ਕਿ ਜੋ ਸੰਸਕ੍ਰਿਤ ਦਾ ਮਹਾਨ ਵਿਦਵਾਨ ਭਾਰਵੀ ਸੀ, ਉਹ ਵੀ ਇਸ ਸਮੇਂ ਰਹਿੰਦਾ ਸੀ। ਠੀਕ ਹੈ ਜੀ, ਮਹਾਨ ਬੰਦੇ, ਮਹਾਨ ਸਕੋਲਰ ਇਸ ਸਮੇਂ ਹੋਏ ਆ। ਡਾਂਡਿਨ ਇੱਕ ਹੋਰ ਸੰਸਕ੍ਰਿਤ ਲੇਖਕ ਨੇ ਨਰਸਿਮਹਾ ਵਰਮਨ II ਦੇ ਦਰਬਾਰ ਨੂੰ ਸ਼ਿੰਗਾਰਿਆ ਸੀ। ਇਹ ਵੀ ਇਹਨਾਂ ਦੇ ਪੱਲਵਾਂ ਦੇ ਟਾਈਮ ਹੋਇਆ। ਡਾਂਡਿਨ। ਮਹਿੰਦਰ ਵਰਮਨ I ਨੇ ਸੰਸਕ੍ਰਿਤ ਨਾਟਕ ਮਠ ਵਿਲਾਸ ਪ੍ਰਹਾਸਨਮ ਦੀ ਰਚਨਾ ਕੀਤੀ। ਮਹਿੰਦਰ ਵਰਮਨ I ਨੇ ਵੀ ਖੁਦ ਸੰਸਕ੍ਰਿਤ ਨਾਟਕ ਲਿਖਿਆ। ਇਸ ਸਮੇਂ ਤਮਿਲ ਸਾਹਿਤ ਵੀ ਕਾਫੀ ਵਿਕਸਿਤ ਹੋਇਆ। ਨੈਨਮਾਰਾ ਅਤੇ ਅਲਵਰਾ ਨੇ ਤਮਿਲ ਵਿੱਚ ਧਾਰਮਿਕ ਭਜਨਾਂ ਦੀ ਰਚਨਾ ਕੀਤੀ। ਨੈਨਮਾਰ ਕੌਣ ਸੀ? ਸ਼ਿਵ ਭਗਤ। ਅਲਵਰ ਕੌਣ ਸੀ? ਵਿਸ਼ਨੂੰ ਭਗਤ। ਤੇ ਇਹਨਾਂ ਨੇ ਵੀ ਤਮਿਲ ਵਿੱਚ ਲੋਕਲ ਲੈਂਗੁਏਜ ਵਿੱਚ ਕਾਫੀ ਧਾਰਮਿਕ ਭਜਨਾਂ ਦੀ ਰਚਨਾ ਕੀਤੀ। ਨੈਨਮਾਰਾ ਦੁਆਰਾ ਰਚਿਤ ਦੇਵਰਮ, ਆਹ ਇੰਪੋਰਟੈਂਟ ਸ਼ਬਦ ਆ ਜੀ। ਦੇਵਰਮ ਕੀ ਸੀ? ਉਹ ਭਜਨਾਂ ਦਾ ਸੰਗ੍ਰਹਿ ਜੋ ਸ਼ਿਵ ਭਗਤਾਂ ਨੇ ਲਿਖਿਆ ਸੀ, ਨੈਨਮਾਰਾ ਨੇ ਲਿਖਿਆ ਸੀ। ਅਤੇ ਅਲਵਰ ਦੁਆਰਾ ਰਚਿਤ ਨਲਾਈ ਦਿਵਿਆ ਪ੍ਰਬੰਧਮ, ਇਹ ਕਿਹਨਾਂ ਨੇ ਲਿਖਿਆ ਸੀ? ਅਲਵਰ, ਵਿਸ਼ਨੂੰ ਭਗਤਾਂ ਨੇ। ਇਹ ਇਹਨਾਂ ਦੇ ਸ਼ਬਦਾਂ ਦਾ ਸੰਗ੍ਰਹਿ ਆ, ਜੋ ਇਹਨਾਂ ਨੇ ਭਜਨ ਵਗੈਰਾ ਲਿਖੇ, ਉਹਨਾਂ ਦਾ ਸੰਗ੍ਰਹਿ ਨਲਾਈ ਦਿਵਿਆ ਪ੍ਰਬੰਧਮ, ਕਿਹਨਾਂ ਦਾ? ਅਲਵਰਾਂ ਦਾ। ਤੇ ਨੈਨਮਾਰਾ ਦਾ ਕਿਹੜਾ ਆ? ਦੇਵਰਮ। ਇਹ ਪੱਲਵ ਕਾਲ ਦੇ ਧਾਰਮਿਕ ਸਾਹਿਤ ਨੂੰ ਦਰਸਾਉਂਦੇ ਹਨ। ਇਹ ਲਾਈਨ ਇੰਪੋਰਟੈਂਟ ਹੈ, ਯਾਦ ਰੱਖਿਓ। ਪੇਰੂਨਡੇਵਨਰ ਨੂੰ ਨੰਦੀ ਵਰਮਨ II ਦੁਆਰਾ ਸਰਪ੍ਰਸਤੀ ਦਿੱਤੀ ਗਈ ਸੀ। ਪੇਰੂਨਡੇਵਨਰ, ਇਹ ਵੀ ਇੱਕ ਸਕੋਲਰ ਹੋਇਆ ਜੀ। ਅਤੇ ਉਸਨੇ ਤਮਿਲ ਵਿੱਚ ਮਹਾਭਾਰਤ ਦਾ ਅਨੁਵਾਦ ਭਾਰਤ ਵੇਨਵਾ ਵਜੋਂ ਕੀਤਾ ਸੀ। ਮਹਾਭਾਰਤ ਦਾ ਅਨੁਵਾਦ ਉਸਨੇ ਤਮਿਲ ਵਿੱਚ ਕੀਤਾ। ਤਮਿਲ ਭਾਸ਼ਾ ਵਿੱਚ ਮਹਾਭਾਰਤ ਦਾ ਅਨੁਵਾਦ ਕੀਤਾ, ਜਿਸ ਨੂੰ ਕੀ ਕਹਿੰਦੇ ਸੀ? ਭਾਰਤ ਵੇਨਵਾ। ਕਿਸਨੇ ਕੀਤਾ? ਪੇਰੂਨਡੇਵਨਰ ਇਸਨੇ ਕੀਤਾ। ਤੇ ਇਹ ਕਿਹਨਾਂ ਦੇ ਟਾਈਮ 'ਚ ਹੋਇਆ? ਪੱਲਵਾਂ ਦੇ ਟਾਈਮ 'ਚ ਹੋਇਆ। ਹੋ ਸਕਦਾ ਤੁਸੀਂ ਨੰਦੀ ਵਰਮਨ II ਇੱਦਾਂ ਵਗੈਰਾ ਕਿਹੜੇ ਰਾਜੇ ਸੀ, ਕਿਹੜੇ ਰਾਜੇ ਨਹੀਂ ਸੀ, ਉਹ ਭੁੱਲ ਜਾਓ, ਪਰ ਮੇਨ ਤੁਸੀਂ ਯਾਦ ਰੱਖ ਲਿਓ। ਹਾਂ ਵੀ ਆਹ ਜਿਹੜਾ ਸਕੋਲਰ ਹੋਇਆ, ਇਹ ਵੀ ਪੱਲਵਾਂ ਦੇ ਟਾਈਮ ਹੋਇਆ। ਉਸਨੇ ਕੀ ਲਿਖਿਆ? ਮਹਾਭਾਰਤ ਦਾ ਤਮਿਲ ਵਿੱਚ ਅਨੁਵਾਦ ਕੀਤਾ, ਜਿਸ ਨੂੰ ਭਾਰਤ ਵੇਨਵਾ ਵਜੋਂ ਜਾਣਿਆ ਜਾਂਦਾ ਹੈ। ਇਸ ਸਮੇਂ ਦੌਰਾਨ ਸੰਗੀਤ ਅਤੇ ਨ੍ਰਿਤ ਦਾ ਵੀ ਕਾਫੀ ਵਿਕਾਸ ਹੋਇਆ। ਮਿਊਜ਼ਿਕ ਐਂਡ ਡਾਂਸ, ਇਸ ਦਾ ਵੀ ਕਾਫੀ ਵਿਕਾਸ ਹੋਇਆ। ਇਹ ਗੱਲਾਂ ਪੜ੍ਹ ਲੈਣੀਆਂ, ਤੁਸੀਂ ਨੋਟ ਬਣਾ ਲੈਣੇ। ਹੁੰਦਾ ਕੀ ਹੈ, ਜਦੋਂ ਤੁਸੀਂ ਪੜ੍ਹੋਗੇ ਨਾ, ਚਾਹੇ ਤੁਹਾਨੂੰ ਇੰਨੇ ਨਾਮ ਯਾਦ ਨਾ ਰਹਿਣ, ਪਰ ਇੰਨਾ ਹਿੰਟ ਮਿਲਣ ਲੱਗ ਗਿਆ ਭਾਈ ਵੀ ਕੰਮ ਬਹੁਤ ਹੋਇਆ ਸਿੱਖਿਆ ਦੇ ਖੇਤਰ 'ਚ, ਕਲਾ ਦੇ ਖੇਤਰ 'ਚ ਕੰਮ ਹੋਇਆ ਕਾਫੀ। ਤਾਂ ਬਸ ਇਹਦਾ ਮਤਲਬ ਇਹ ਟੌਪਿਕ ਇੰਪੋਰਟੈਂਟ ਹੋ ਗਿਆ, ਅਤੇ UPSC ਵਿੱਚ ਆਇਆ ਵੀ ਹੈ ਜੀ ਪ੍ਰਸ਼ਨ, ਇੱਦਾਂ ਦੇ ਕੁਐਸਚਨ ਆ ਜਾਂਦੇ ਆ। ਠੀਕ, ਤਾਂ ਤੁਸੀਂ ਉਸ ਨਾਲ 3-4 ਪੁਆਇੰਟ ਯਾਦ ਰੱਖਣੇ ਮਨ ਵਿੱਚ, ਵੀ ਕੀ
ਗਤੀਵਿਧੀਆਂ ਹੋਈਆਂ ਸੀ। ਬਾਕੀ ਆਬਜੈਕਟਿਵ ਪ੍ਰਸ਼ਨ ਤਾਂ ਬਣਦੇ ਹੀ ਬਣਦੇ ਆ। ਦੇਵਰਮ ਕੀ ਸੀ, ਨਲਾਈ ਦਿਵਯ ਪ੍ਰਬੰਧਮ ਕੀ ਸੀ, ਭਾਰਤ ਬੇਨਵਾ ਕੀ ਸੀ, ਠੀਕ ਹੈ ਜੀ। ਅਤੇ ਮਠ ਵਿਲਾਸ ਪ੍ਰਹਾਸਨ ਇਹ ਕਿਸ ਨੇ ਲਿਖਿਆ, ਇਹ ਇੰਪੋਰਟੈਂਟ ਆ। ਡਾਂਡੀਨ ਕੌਣ ਸੀ, ਭਾਰਵੀ ਕੌਣ ਸੀ, ਧਰਮਪਾਲ ਕੌਣ ਸੀ, ਇਸ ਤਰ੍ਹਾਂ ਦੀ ਗੱਲਾਂ ਆ ਜਾਂਦੀਆਂ ਜੀ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰੱਖਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।